ठीक है जी। सो डिक्रीज इन इन्फेंट मोर्टैलिटी मतलब बच्चे ਜਿਹੜੇ ਉਹ ਆਪਣੀ ਇਨਫੈਂਸੀ ਸਟੇਜ ਜਿਹੜੀ ਹੁੰਦੀ ਆ ਬਚਪਨ ਵਾਲੀ ਸਟੇਜ ਦੇ ਵਿੱਚ ਡੈਥ ਉਹਨਾਂ ਦੀ ਨਹੀਂ ਹੁੰਦੀ। ਇਹ ਸੀਗਾ ਸਾਡਾ ਡਿਕਰੀਜ਼ ਇਨ ਇਨਫੈਂਟ ਸਟੇਜ। ਅੱਗੇ ਆ ਗਿਆ ਸਾਡਾ ਬੈਟਰ ਸੈਨੀਟੇਸ਼ਨ ਐਂਡ ਕਮਿਊਨਿਟੀ ਹੈਲਥ ਸਕੀਮਸ। ਬਹੁਤ ਸਾਰੀਆਂ ਪਤਾ ਹੀ ਹੈ ਤੁਹਾਨੂੰ ਵੀ ਆ ਦੇਖੋ ਕਹਿੰਦਾ ਦੇयर हैव इंक्रीज एवरेज लाइफ स्पैन अकॉर्डिंग टू 2011 ਤੋਂ ਜਿਹੜੀ ਸੈਂਸਸ ਹੋਈ ਸੀ ਨਾ ਉਹਦੇ ਵਿੱਚ ਇੰਡੀਅਨ ਲੋਕਾਂ ਦੀ ਜਿਹੜੀ ਉਹ ਵਧੀ ਸੀਗੀ ਕਿਉਂਕਿ ਸੈਨੀਟੇਸ਼ਨ ਬੈਟਰਸ ਹੋ ਗਈ ਸੀ। ਥੋੜ੍ਹੀਆਂ ਲੋਕਾਂ ਨੇ ਆਪਣੇ ਆਪ ਨੂੰ ਰਹਿਣਾ ਸਹਿਣਾ ਜਿਹੜਾ ਉਹ ਥੋੜ੍ਹਾ ਜਿਹਾ ਇੰਪਰੂਵ ਕੀਤਾ। ਇੰਪਰੂਵ ਕਰਨ ਦੇ ਨਾਲ ਕੀ ਹੋਇਆ ਥੋੜ੍ਹੀ ਜਿਹੀ ਲਿਵਿੰਗ ਜਿਹੜੀਆਂ ਕੰਡੀਸ਼ਨਸ ਵਧੀਆ ਹੋ ਗਈਆਂ ਜਿਹਦੇ ਨਾਲ ਕਮਿਊਨਿਟੀ ਹੈਲਥ ਜਿਹੜੀ ਉਹ ਵਧੀਆ ਹੋ ਗਈ। ਇਹ ਵੀ ਇੱਕ ਪਾਪੂਲੇਸ਼ਨ ਵਧਣ ਦਾ ਕਾਰਨ ਆ। ਅੱਗੇ ਕੀ ਆ ਇੰਪਰੂਵਮੈਂਟ ਇਨ ਐਗਰੀਕਲਚਰ 'ਚ ਕਿੰਨੀ ਇੰਪਰੂਵਮੈਂਟ ਹੋਈ ਹੈ ਨਾ। ਬਹੁਤ ਸਾਰੀਆਂ ਦਵਾਈਆਂ ਲੱਭ ਲਈਆਂ, ਬਹੁਤ ਸਾਰੀਆਂ ਫਸਲਾਂ ਐਸੀਆਂ ਅਸੀਂ ਉਗਾਉਣ ਲੱਗ ਪਏ ਹਾਂ ਜਿਨ੍ਹਾਂ ਨੂੰ ਅਸੀਂ ਬੜੀ ਤੇਜ਼ੀ ਦੇ ਨਾਲ ਉਗਾ ਸਕਦੇ ਹਾਂ। ਉਹਨਾਂ ਤੋਂ ਬਹੁਤ ਸਾਰੀ ਪੈਦਾਵਾਰ ਲੈ ਸਕਦੇ ਹਾਂ, ਉਹਨਾਂ ਨੂੰ ਚੰਗੀਆਂ ਦਵਾਈਆਂ ਦਿੱਤੀਆਂ ਜਾ ਸਕਦੀਆਂ, ਉਹਨਾਂ ਨੂੰ ਆਪਣੀ ਡਿਜ਼ੀਜ਼ ਫਰੀ ਕੀਤਾ ਜਾ ਸਕਦਾ ਆ। ਬਹੁਤ ਸਾਰੇ ਫਰਟੀਲਾਈਜ਼ਰਸ ਯੂਜ਼ ਕਰਦੇ ਹਾਂ, ਪੈਸਟੀਸਾਈਡਸ ਯੂਜ਼ ਕਰਦੇ ਹਾਂ। ਸੋ ਇੰਪਰੂਵਮੈਂਟ ਐਗਰੀਕਲਚਰ ਇੰਪਰੂਵਮੈਂਟ ਦੇ ਆਉਣ ਦੇ ਨਾਲ ਵੀ ਪਾਪੂਲੇਸ਼ਨ ਜਿਹੜੀ ਉਹ ਵਧੀ ਆ। ਠੀਕ ਆ ਜੀ। ਬੈਟਰ ਮੀਨਸ ਆਫ ਟਰਾਂਸਪੋਰਟ ਬੈਟਰ ਮੀਨਸ ਆਫ ਟਰਾਂਸਪੋਰਟ ਮਤਲਬ ਵੀ ਹੁਣ ਪਤਾ ਹੀ ਹੈ ਤੁਹਾਨੂੰ 108 ਐਂਬੂਲੈਂਸ ਚੱਲਦੀ ਆ। ਐਕਸੀਡੈਂਟ ਹੁੰਦਾ ਹੈ 108 ਐਂਬੂਲੈਂਸ ਪਹੁੰਚ ਜਾਂਦੀ ਹੈ। ਅੱਗੇ ਚੀਜ਼ਾਂ ਨਹੀਂ ਸੀ ਹੁੰਦੀਆਂ, ਲੋਕ ਤੜਫ ਕੇ ਹੀ ਮਰ ਜਾਂਦੇ ਹੁੰਦੇ ਸੀ ਹੈ ਨਾ। ਜ਼ਰੂਰੀ ਨਹੀਂ ਵੀ ਐਕਸੀਡੈਂਟਲ ਕੇਸ 'ਚ ਉਹ ਐਂਬੂਲੈਂਸ ਪਹੁੰਚਣੀ, ਮਤਲਬ ਬੈਟਰ ਫੈਸਿਲਿਟੀਜ਼ ਮਿਲਣੀਆਂ ਸ਼ੁਰੂ ਹੋ ਗਈਆਂ ਹੈ ਨਾ। ਟਰਾਂਸਪੋਰਟ ਹੋ ਗਿਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਸੌਖਾ ਹੋ ਗਿਆ, ਹੌਸਪੀਟਲ ਜਾਣਾ ਪਹੁੰਚਣਾ ਸੌਖਾ ਹੋ ਗਿਆ, ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਕਿੱਦਾਂ ਵੀ ਆ। ਠੀਕ ਆ। ਸੋ ਇਹ ਬੈਟਰ ਮੀਨਸ ਆਫ ਟਰਾਂਸਪੋਰਟ ਵੀ ਇੱਕ ਕਾਰਨ ਬਣਿਆ ਸਾਡੀ ਪਾਪੂਲੇਸ਼ਨ ਵਧਣ ਦਾ। ਬੈਟਰ ਸਟੋਰੇਜ ਕੰਡੀਸ਼ਨਸ, ਕੋਈ ਚੀਜ਼ਾਂ ਖਰਾਬ ਨਹੀਂ ਹੁੰਦੀਆਂ। ਠੀਕ ਆ। ਦੀਜ਼ ਇਨਕਲੂਡ ਵੇਅਰ ਹਾਊਸ, ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਗੋਦਾਮ ਆ, ਉਹਨਾਂ ਦੇ ਵਿੱਚ ਅਸੀਂ ਫੂਡ ਨੂੰ ਬਹੁਤ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ। ਠੀਕ ਆ। ਕਿਉਂਕਿ ਜੇ ਫੂਡ ਖਾਵਾਂਗੇ ਤਾਂ ਹੀ ਜੀਂਦੇ ਰਹਾਂਗੇ। ਸੋ ਫੂਡ ਨੂੰ ਅਸੀਂ ਪਹਿਲਾਂ ਸਟੋਰ ਕਰਕੇ ਰੱਖ ਲਿਆ ਵੇਅਰ ਹਾਊਸ ਦੇ ਵਿੱਚ। ਸੋ ਉਹਦੇ ਨਾਲ ਵੀ ਪਾਪੂਲੇਸ਼ਨ ਜਿਹੜੀ ਉਹ ਇਨਕਰੀਜ਼ ਹੋ ਰਹੀ ਆ। ਅੱਗੇ ਹੈਗਾ ਬੱਚੇ ਸਾਡਾ ਕੌਨਜੀਕੁਐਂਸਿਸ ਆਫ ਓਵਰ ਪਾਪੂਲੇਸ਼ਨ। ਹੁਣ ਦੇਖੋ ਇੱਕ ਜਗ੍ਹਾ 'ਤੇ ਪਾਪੂਲੇਸ਼ਨ ਵੱਧ ਗਈ, ਕੀ ਸਿੱਟੇ ਨਿਕਲਣਗੇ ਉਹਦੇ ਤੁਸੀਂ ਬੈਟਰ ਅੰਡਰਸਟੈਂਡ ਕਰ ਸਕਦੇ ਹਾਂ। ਦੇਖੋ ਸਭ ਤੋਂ ਪਹਿਲਾਂ ਤਾਂ ਸਪੇਸ, ਜਗ੍ਹਾ ਦੀ ਕਮੀ ਆਏਗੀ ਹੈ ਨਾ। ਕਰਾਊਡਡ ਏਰੀਆ ਹੋ ਜਾਏਗਾ, ਕਿੰਨੀ ਉੱਥੇ ਜਗ੍ਹਾ ਜਿਹੜੀ ਆ ਸਪੇਸ ਕੋਈ ਵੀ ਆ। ਜਦੋਂ ਵੀ ਪਾਪੂਲੇਸ਼ਨ ਵਧਣੀ ਆ ਉੱਥੇ ਟਾਊਨ ਉੱਥੇ ਓਬਵੀਅਸਲੀ ਉੱਥੇ ਹਰ ਇੱਕ ਚੀਜ਼ ਮਹਿੰਗੀ ਹੋਏਗੀ ਹੈ ਨਾ। ਉਹਦੇ ਵਿੱਚ ਕਿਉਂਕਿ ਪਾਪੂਲੇਸ਼ਨ ਵੱਧ ਗਈ, ਪਾਪੂਲੇਸ਼ਨ ਵਧਣ ਨਾਲ ਹਰ ਇੱਕ ਬੰਦੇ ਨੂੰ ਰਹਿਣ ਲਈ ਜਗ੍ਹਾ ਤਾਂ ਚਾਹੀਦੀ ਹੈ। ਸੋ ਸਪੇਸ ਵਧਣ ਦੇ ਨਾਲ ਉੱਥੇ ਕੋਸਟ ਵਧੇਗੀ, ਕੋਸਟ ਵਧਣ ਦੇ ਨਾਲ ਓਬਵੀਅਸਲੀ ਉੱਥੇ ਆ ਦੇਖੋ ਐਗਰੀਕਲਚਰ ਫੋਰੈਸਟ ਇਹਨਾਂ ਦੀ ਵੀ ਸਾਰਿਆਂ ਦੀ ਡਿਵੈਲਪਮੈਂਟ ਜਿਹੜੀ ਉਹ ਘਟੇਗੀ ਹੈ ਨਾ। ਫੂਡ ਸਪਲਾਈਜ਼ ਵੀ ਤਾਂ ਦੇਖੋ ਕਹਿੰਦਾ ਕੀ ਆ, ਕਹਿੰਦਾ ਡਿਊ ਟੂ ਰੈਪਿਡ ਪਾਪੂਲੇਸ਼ਨ ਗਰੋਥ ਬਟ ਸਲੋਅਰ ਫੂਡ ਇਨਕਰੀਜ਼ ਦੀ ਪਾਪੂਲੇਸ਼ਨ ਦੀ ਪੀਪਲ ਆਰ ਨਾਟ ਏਬਲ ਟੂ ਗੈਟ ਬੈਲੈਂਸ ਡਾਇਟ। ਤੁਸੀਂ ਦੇਖਿਆ ਹੋਣਾ ਵੀ ਦੇਖੋ ਯੂਪੀ 'ਚ ਕਿੰਨੀ ਭੁੱਖ ਮਰੀ ਆ, ਕਿਉਂਕਿ ਪਾਪੂਲੇਸ਼ਨ ਬਹੁਤ ਆ ਹੈ ਨਾ। ਕਿਉਂ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਉੱਥੇ ਫੂਡ ਸਪਲਾਈ ਘੱਟ ਹੁੰਦੀ ਆ। ਸੋ ਲੋਕ ਇਸ ਕਰਕੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਆ, ਬੈਲੈਂਸ ਡਾਇਟ ਨਹੀਂ ਮਿਲਦੀ। ਸੋ ਬਹੁਤ ਸਾਰੀਆਂ ਉਹਨਾਂ ਨੂੰ ਬਿਮਾਰੀਆਂ ਉੱਦਾਂ ਹੀ ਹੋ ਜਾਂਦੀਆਂ। ਠੀਕ ਆ। ਤੁਸੀਂ ਆਹ ਦੇਖ ਲਓ ਕੀ ਆ ਲੈਸ ਫਿਟਨੈਸ ਮੈਂਬਰ ਆਫ ਸੁਸਾਇਟੀ ਕਹਿੰਦਾ ਕੀ ਆ ਮੈਂਟਲ ਰਿਟਾਰਡਰ ਹੋ ਜਾਂਦੇ ਆ, ਐਨੀਮਿਕ ਹੋ ਜਾਂਦੇ ਆ, ਕਮਜ਼ੋਰ ਜਿਹੇ ਹੋ ਜਾਂਦੇ ਆ, ਬਿਕਮ ਵੀਕ। ਸੋ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਲੱਗ ਜਾਂਦੀਆਂ। ਇਹ ਸਿੱਟਾ ਕਾਹਦਾ ਆ ਓਵਰ ਪਾਪੂਲੇਸ਼ਨ ਦਾ। ਠੀਕ ਆ ਜੀ। ਇਸ ਓਵਰ ਪਾਪੂਲੇਸ਼ਨ ਦਾ ਹੀ ਹੈ। ਅਨਇੰਪਲੋਇਮੈਂਟ ਬੇਰੁਜ਼ਗਾਰੀ, ਜਿੱਥੇ ਜ਼ਿਆਦਾ ਵੱਧ ਜਨਸੰਖਿਆ ਹੋਏਗੀ ਉੱਥੇ ਅਨਇੰਪਲੋਇਮੈਂਟ ਵੀ ਬਹੁਤ ਜ਼ਿਆਦਾ ਹੋਏਗੀ। ਠੀਕ ਆ ਜੀ। ਹਰ ਇੱਕ ਨੂੰ ਨੌਕਰੀ ਨਹੀਂ ਸਰਕਾਰ ਦੇ ਸਕਦੀ, ਕਿਉਂਕਿ ਪਾਪੂਲੇਸ਼ਨ ਬਹੁਤ ਵਾ। ਐਜੂਕੇਸ਼ਨ ਓਵਰ ਪਾਪੂਲੇਸ਼ਨ ਕਹਿੰਦਾ ਕੀ ਆ ਲੀਡਸ ਟੂ ਰਸ਼ ਇਨ ਐਜੂਕੇਸ਼ਨਲ ਇੰਸਟੀਚਿਊਟ ਵਿੱਚ ਲੋਅਰ ਐਜੂਕੇਸ਼ਨਲ ਸਟੈਂਡਰਡ। ਠੀਕ ਆ ਜੀ। ਐਜੂਕੇਸ਼ਨ ਦਾ ਸਟੈਂਡਰਡ ਵੀ ਲੋਅ ਹੋ ਜਾਣਾ। ਠੀਕ ਆ। ਕਿੱਥੇ 50 ਬੱਚੇ ਪੜ੍ਹਨੇ, ਕਿੱਥੇ ਅਸੀਂ 1000 ਬੱਚੇ ਨੂੰ ਇੱਕ ਜਗ੍ਹਾ ਇੱਕ ਕਲਾਸ ਦੇ ਵਿੱਚ ਪੜ੍ਹਾ ਦਈਏ ਤਾਂ ਉੱਥੇ ਐਜੂਕੇਸ਼ਨ ਦਾ ਸਟੈਂਡਰਡ ਜਿਹੜਾ ਆ ਉਹ ਲੋਅ ਹੋ ਜਾਣਾ। ਠੀਕ ਆ ਜੀ। ਐਜੂਕੇਸ਼ਨ ਦਾ ਸਟੈਂਡਰਡ ਜਿਹੜਾ ਕਹਿੰਦਾ ਉਹ ਲੋਅ ਹੋ ਜਾਣਾ। ਟੀਚਰ ਟਾਟ ਰਿਲੇਸ਼ਨਸ਼ਿਪ ਵੀ ਜਿਹੜਾ ਉਹ ਖ਼ਰਾਬ ਹੋ ਜਾਣਾ। ਠੀਕ ਆ। ਟੀਚਰ ਜਿਹੜਾ ਆ ਪੜ੍ਹਾਉਂਦਾ ਆ, ਟਾਟ ਮਤਲਬ ਜਿਹਨਾਂ ਨੂੰ ਪੜ੍ਹਾਉਂਦਾ ਆ, ਉਹ ਵੀ ਰਿਲੇਸ਼ਨਸ਼ਿਪ ਦੇ ਵਿੱਚ ਖਰਾਬੀ ਆਏਗੀ। ਉਸ ਤੋਂ ਬਾਅਦ 5th 1 ਹੈਗਾ ਸਾਡਾ ਹਾਈਜੀਨਿਕ ਕੰਡੀਸ਼ਨਸ।
ਜਿੱਥੇ ਦੇਖੋ ਜਨਸੰਖਿਆ ਹੋਏਗੀ, ਤੁਸੀਂ ਮੇਲੇ ਦੇਖੇ ਹੀ ਆ, ਮੇਲੇ ਕਿੰਨਾ ਰਸ਼ ਹੁੰਦਾ ਆ, ਉੱਥੇ ਕਿੰਨੀ ਕੁ ਸਫਾਈ ਹੁੰਦੀ ਆ, ਹੈ ਨਾ। ਸੋ ਉੱਥੇ ਵੀ ਹਾਈਜੀਨਿਕ ਕੰਡੀਸ਼ਨਸ ਜਿਹੜੀਆਂ ਉਹ ਖ਼ਰਾਬ ਹੋ ਜਾਣਗੀਆਂ, ਜਿਹਦੇ ਨਾਲ ਕੋਈ ਨਾ ਕੋਈ ਬਿਮਾਰੀ ਜਿਹੜੀ ਉੱਥੇ ਉਹ ਫੈਲ ਜਾਏਗੀ। ਇਹ ਵੀ ਇੱਕ ਸਿੱਟਾ ਆ ਓਵਰ ਪਾਪੂਲੇਸ਼ਨ ਦਾ। ਠੀਕ ਆ ਜੀ। ਪੋਲਿਊਸ਼ਨ ਤਾਂ ਓਬਵੀਅਸਲੀ ਹੋਏਗਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਉੱਥੇ ਪੋਲਿਊਸ਼ਨ ਤਾਂ ਹੋਏਗਾ ਹੀ। ਪ੍ਰਾਈਸ ਰਾਈਜ਼, ਦੇਖੋ ਜੀ ਜਿੱਥੇ ਪਾਪੂਲੇਸ਼ਨ ਆ ਉੱਥੇ ਓਬਵੀਅਸਲੀ ਹਰ ਇੱਕ ਚੀਜ਼ ਦੀ ਕੀਮਤ ਵਧੇਗੀ, ਸੋ ਪ੍ਰਾਈਸ ਰਾਈਜ਼ ਹੋਣਗੀਆਂ। ਠੀਕ ਆ ਜੀ। ਐਨਰਜੀ ਕ੍ਰਾਈਸਿਸ, ਜਿੱਥੇ ਪਾਪੂਲੇਸ਼ਨ ਜ਼ਿਆਦਾ ਆ ਉੱਥੇ ਹਰ ਇੱਕ ਚੀਜ਼ ਦੀ ਡਿਮਾਂਡ ਵਧੇਗੀ, ਫਿਊਲ ਉੱਥੇ ਜ਼ਿਆਦਾ ਕੰਜੰਪਸ਼ਨ ਹੋਏਗੀ, ਵੁੱਡ ਦੀ ਕੰਜੰਪਸ਼ਨ ਜ਼ਿਆਦਾ ਹੋਏਗੀ, ਇਲੈਕਟ੍ਰੀਸਿਟੀ ਦੀ ਕੰਜੰਪਸ਼ਨ ਜ਼ਿਆਦਾ ਹੋਏਗੀ, ਹੈ ਨਾ। ਸੋ ਇਹ ਸਾਰੀਆਂ ਕੀ ਆ, ਐਨਰਜੀ ਕ੍ਰਾਈਸਿਸ ਵੀ ਉੱਥੇ ਆਏਗਾ। ਜਿੱਥੇ ਜ਼ਿਆਦਾ ਕੰਜੰਪਸ਼ਨ ਹੋਏਗੀ ਉੱਥੇ ਉਸ ਚੀਜ਼ ਦੀ ਘਾਟ ਵੀ ਆਏਗੀ, ਹੈ ਨਾ, ਕਿਉਂਕਿ ਅਰਬਨਾਈਜੇਸ਼ਨ ਏਰੀਆ ਆ, ਕਿਉਂਕਿ ਉੱਥੇ ਡਿਮਾਂਡ ਵਧੇਗੀ ਹਰ ਇੱਕ ਚੀਜ਼ ਦੀ, ਇਲੈਕਟ੍ਰੀਸਿਟੀ ਦੀ, ਵੁੱਡ ਦੀ, ਫਿਊਲ ਦੀ। ਸੋ ਉਹ ਐਨਰਜੀ ਕ੍ਰਾਈਸਿਸ ਦਾ ਵੀ ਇੱਕ ਦਿੱਲੀ ਆ, ਦਿੱਲੀ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿੰਨੀ ਪਾਪੂਲੇਸ਼ਨ ਆ, ਹੈ ਨਾ। ਸਾਡੀ ਇੰਡੀਆ ਦੇ ਸਭ ਤੋਂ ਵੱਧ ਪਾਪੂਲੇਟਡ ਜਿਹੜੀ ਕਿ ਸਾਡੀ ਜਿਹੜੀ ਕੈਪੀਟਲ ਆ, ਵੈਸੇ ਉੱਥੇ ਬਹੁਤ ਪਾਪੂਲੇਸ਼ਨ ਆ, ਉੱਥੇ ਪੋਲਿਊਸ਼ਨ ਵੀ ਦੇਖ ਲਓ ਕਿੰਨਾ ਆ, ਉੱਥੇ ਹਰ ਇੱਕ ਚੀਜ਼ ਤੁਹਾਨੂੰ ਮਹਿੰਗੀ ਮਿਲਣੀ ਹੈ ਨਾ। ਕਿਤੇ ਵੀ ਚਲ ਜਾਓ ਤੁਸੀਂ, ਜਿੱਥੇ ਪਾਪੂਲੇਸ਼ਨ ਜ਼ਿਆਦਾ ਉੱਥੇ ਤੁਹਾਨੂੰ ਚੀਜ਼ ਮਹਿੰਗੀ ਮਿਲੇਗੀ। ਠੀਕ ਹੈ ਜੀ। ਇਕੋ ਡੀਗ੍ਰੇਡੇਸ਼ਨ, ਸਾਰਾ ਕੁਝ ਵਿਗੜੇਗਾ, ਇਕੋਲੋਜੀਕਲੀ ਡੀਗ੍ਰੇਡੇਸ਼ਨ ਹੋਏਗੀ ਨਾ ਸਾਰਿਆਂ ਦੀ। ਠੀਕ ਹੈ ਜੀ। ਇਨਕਰੀਜ਼ਿੰਗ ਏਅਰ, ਵਾਟਰ, ਸੋਇਲ ਐਂਡ ਨੋਇਸ ਪੋਲਿਊਸ਼ਨ, ਇਹ ਸਾਰਾ ਕੁਛ ਵਿਗੜ ਜਾਣਾ, ਪਾਣੀ ਦਾ ਵੀ, ਸੋਇਲ ਦਾ ਵੀ, ਨੋਇਸ ਦਾ ਵੀ, ਹਰ ਇੱਕ ਚੀਜ਼ ਦੇ ਵਿੱਚ ਡੀਗ੍ਰੇਡੇਸ਼ਨ ਆ ਜਾਣੀ, ਮਤਲਬ ਘਟਣੀ, ਸਭ ਕੁਝ ਉਥਲ ਪੁਥਲ ਹੋ ਜਾਣਾ। ਇਹ ਸਾਰੇ ਕੀ ਆ, ਕੌਨਸੀਕੁਐਂਸਿਸ ਆ ਓਵਰ ਪਾਪੂਲੇਸ਼ਨ ਦੇ। ਠੀਕ ਆ ਜੀ। ਅੱਗੇ ਹੈਗਾ ਸਾਡਾ ਮੈਥਡ ਟੂ ਕੰਟਰੋਲ ਓਵਰ। ਹੁਣ ਬੱਚੇ ਦੇਖੋ ਕੀ ਆ, ਸਿੰਪਲ ਜਿਹੀਆਂ ਗੱਲਾਂ ਵੀ ਅਸੀਂ ਕਿਸ ਤਰ੍ਹਾਂ ਅਸੀਂ ਓਵਰ ਪਾਪੂਲੇਸ਼ਨ ਨੂੰ ਕਿੱਦਾਂ ਕੰਟਰੋਲ ਕਰ ਸਕਦੇ ਹਾਂ। ਠੀਕ ਆ, ਮੈਂ ਪੁਆਇੰਟ ਤੁਹਾਨੂੰ ਦੱਸ ਦੇਣੇ ਆ, ਇਹ ਤੁਸੀਂ ਕਰ ਲੈਣੇ ਆ। ਹੁਣ ਮੈਥਡ ਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਐਜੂਕੇਸ਼ਨ। ਦੇਖੋ ਐਜੂਕੇਸ਼ਨ ਜ਼ਰੂਰੀ ਆ, ਜਦੋਂ ਤੱਕ ਅਸੀਂ ਐਜੂਕੇਟਡ ਨਹੀਂ ਨਾ ਹੁੰਦੇ ਉਦੋਂ ਤੱਕ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਲੱਗੇਗਾ, ਹੈ ਨਾ। ਜਦੋਂ ਅਸੀਂ ਕੁਛ ਐਜੂਕੇਸ਼ਨ ਲੈ ਲੈਂਦੇ ਹਾਂ ਅਤੇ ਅਸੀਂ ਉਸ ਐਜੂਕੇਸ਼ਨ ਦੇ ਦੁਆਰਾ ਲੋਕਾਂ ਨੂੰ ਗਾਈਡ ਕਰਦੇ ਹਾਂ, ਆਪਣੇ ਆਪ ਨੂੰ ਸਾਨੂੰ ਗਾਈਡੈਂਸ ਮਿਲਦੀ ਆ ਵੀ ਕਿਹੜੀ ਬਿਮਾਰੀ, ਕਿਸ ਚੀਜ਼ ਨਾਲ ਖਾਣ ਨਾਲ ਸਾਨੂੰ ਕਿਹੜੀ ਬਿਮਾਰੀ ਲੱਗ ਸਕਦੀ ਆ, ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ, ਹੈ ਨਾ। ਸੋ ਇਹ ਐਜੂਕੇਸ਼ਨ ਜਿਹੜੀ ਮਸਟ ਵਾ। ਠੀਕ ਆ ਜੀ। ਸੋ ਤੁਸੀਂ ਦੇਖਿਆ ਹੋਣਾ ਜਿਹੜੇ ਅਨਪੜ੍ਹ ਲੋਕ ਆ ਉਹਨਾਂ ਨੂੰ ਕੁਛ ਨਹੀਂ ਪਤਾ ਲੱਗਦਾ, ਉਹ ਵੈਸੇ ਹੀ ਆਪਣੇ ਲਿਵਿੰਗ ਸਟਾਈਲ ਦੇ ਵਿੱਚ ਹੀ ਜੀਂਦੇ ਰਹਿੰਦੇ। ਪਰ ਜਿਹੜਾ ਇੱਕ ਐਜੂਕੇਟਡ ਪਰਸਨ ਹੁੰਦਾ ਆ ਉਹ ਉਹਦਾ ਅਲੱਗ ਇੱਕ ਸਿਸਟਮ ਹੁੰਦਾ ਆ, ਹਰ ਇੱਕ ਚੀਜ਼ ਨੂੰ ਮੇਨਟੇਨ ਰੱਖਦਾ ਆ। ਠੀਕ ਆ ਜੀ। ਸੋ ਐਜੂਕੇਸ਼ਨ ਜਿਹੜਾ ਹੈ ਉਹ ਪਹਿਲਾ ਪੁਆਇੰਟ ਆ ਓਵਰ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਦਾ। ਦੂਸਰਾ, ਏਜ ਆਫ ਮੈਰਿਜ, ਪਤਾ ਹੀ ਹੈ ਤੁਹਾਨੂੰ 20 ਤੋਂ 22 ਸਾਲ, ਹੈ ਨਾ। ਏਜ ਆਫ ਮੈਰਿਜ ਜਿਹੜੀ ਉਹ ਅੱਗੇ ਤੁਹਾਨੂੰ ਪਤਾ ਹੀ ਆ, ਬੱਚਿਆਂ ਦੇ ਛੋਟੇ ਬੱਚਿਆਂ ਦਾ ਵਿਆਹ ਕਰ ਦਿੰਦੇ ਹੁੰਦੇ ਸੀ, ਸੋ ਉਹਦੇ ਨਾਲ ਪਾਪੂਲੇਸ਼ਨ ਵੱਧਦੀ ਸੀ। ਫਿਰ ਇਹ ਇੱਕ ਡਿਸਾਈਡ ਕੀਤਾ ਗਿਆ ਵੀ ਜਿਹੜੀ ਮੈਰਿਜ ਦੀ ਏਜ ਜਿਹੜੀ ਉਹ ਪ੍ਰੋਪਰ ਰੱਖੀ ਜਾਵੇ, ਜਿਹਦੇ ਨਾਲ ਜਿਹੜੀ ਪਾਪੂਲੇਸ਼ਨ ਉਹ ਨਾ ਵਧੇ। ਠੀਕ ਆ ਜੀ। ਸੋ ਇਹ ਵੀ ਤੀਸਰਾ ਹੈਗਾ ਸਾਡਾ ਫੈਮਿਲੀ ਪਲੈਨਿੰਗ ਮੈਥਡ। ਫੈਮਿਲੀ ਪਲੈਨਿੰਗ ਤੁਸੀਂ ਮੈਥਡ ਸੁਣਿਆ ਹੋਣਾ ਬੱਚੇ, ਹਮ ਦੋ ਹਮਾਰੇ ਦੋ, ਇੱਕ ਨਾਅਰਾ ਆਇਆ ਸੀਗਾ, ਹੈ ਨਾ। ਸੋ ਇਹ ਇੰਡੀਆ ਗੌਰਮੈਂਟ ਦਾ ਸੀਗਾ ਇਹ, ਹਮ ਦੋ ਹਮਾਰੇ ਦੋ। ਅੱਗੇ ਹੈਗਾ ਵੀ ਇਹ 1 ਚਾਈਲਡ ਨੋਰਮ। ਸੋ ਇਹ ਇੱਕ ਫੈਮਿਲੀ ਪਲੈਨਿੰਗ ਮੈਥਡ ਆ। ਠੀਕ ਆ ਜੀ। ਫੈਮਿਲੀ ਪਲੈਨਿੰਗ ਮੈਥਡ ਰੱਖਾਂਗੇ, ਉਹਦੇ ਨਾਲ ਵੀ ਜਿਹੜੀ ਓਵਰ ਪਾਪੂਲੇਸ਼ਨ ਜਿਹੜੀ ਉਹ ਨਹੀਂ ਹੋਏਗੀ। ਠੀਕ ਆ ਜੀ। ਆਹ ਦੇਖੋ ਕੀ ਆ, ਹਮ ਦੋ ਹਮਾਰੇ ਦੋ, ਉਹਦੇ ਵਿੱਚ ਆ ਗਿਆ ਇਹ। ਠੀਕ ਆ। ਉਸ ਤੋਂ ਬਾਅਦ ਬੱਚੇ ਹੋਰ ਵੀ ਬਹੁਤ ਸਾਰੇ ਮੈਥਡਸ ਆ। ਫੋਲੋਇੰਗ MIS ਆਰ ਸੁਜੈਸਟਡ। ਲਿਟਰੇਸੀ ਰੇਟ, ਅਨਪੜ੍ਹਤਾ ਖਤਮ ਕਰਨੀ। ਜਿੰਨੀ ਜ਼ਿਆਦਾ ਅਸੀਂ ਲੋਕਾਂ ਨੂੰ ਪੜ੍ਹਾਵਾਂਗੇ ਉਨੇ ਸਾਡੇ ਲੋਕਾਂ ਦੇ ਵਿੱਚ ਅਵੇਅਰਨੈਸ ਆਏਗੀ। ਠੀਕ ਆ। ਉਨੇ ਹੀ ਸਾਡੇ ਲੋਕ ਜਿਹੜੇ ਚੰਗੀ ਸੂਝਵਾਨ ਵਾਲੇ ਜਿਹੜੇ ਲੋਕ ਹੋਣਗੇ, ਉਨੀ ਹੀ ਉੱਥੇ ਪਾਪੂਲੇਸ਼ਨ ਜਿਹੜੀ ਉਹ ਕੰਟਰੋਲ ਹੋਏਗੀ। ਠੀਕ ਆ ਜੀ। ਇਨਵੋਲਵਿੰਗ ਸੋਸ਼ਲ ਔਰਗਨਾਈਜੇਸ਼ਨ। ਠੀਕ ਹੈ ਜੀ। ਸੋ ਐਜ਼ ਟੂ ਮੇਕ ਫੈਮਿਲੀ ਵੈਲਫੇਅਰ ਪ੍ਰੋਗਰਾਮ ਟੂ ਪੀਪਲਸ ਪ੍ਰੋਗਰਾਮ। ਠੀਕ ਆ। ਮਤਲਬ ਸੋਸ਼ਲ ਔਰਗਨਾਈਜੇਸ਼ਨਸ ਤਿਆਰ ਕਰਨੀਆਂ ਵੀ ਜਿਹਦੇ ਨਾਲ ਲੋਕਾਂ ਨੂੰ ਗਾਈਡ ਕੀਤਾ ਜਾ ਸਕੇ ਵੀ ਕਿਹਦੇ ਕੀ ਫਾਇਦੇ, ਕਿਹਦੇ ਕੀ ਨੁਕਸਾਨ, ਹੈ ਨਾ। ਇੱਦਾਂ ਦੀਆਂ ਔਰਗਨਾਈਜੇਸ਼ਨਸ ਬਣਾ ਕੇ ਲੋਕਾਂ ਨੂੰ ਤਰ੍ਹਾਂ ਦੀਆਂ ਚੀਜ਼ਾਂ ਸਮਝਾਈਆਂ ਜਾਣ ਤਾਂ ਜੋ ਪਾਪੂਲੇਸ਼ਨ ਜਿਹੜੀ ਉਹ ਨਾ ਇਨਕਰੀਜ਼ ਹੋਵੇ। ਪ੍ਰੋਵਾਈਡਿੰਗ ਮੋਰ ਜੋਬ ਫੈਸਿਲਿਟੀਜ਼ ਟੂ ਵੂਮੈਨ। ਸਾਡੀਆਂ ਜ਼ਿਆਦਾਤਰ ਔਰਤਾਂ ਜਿਹੜੀਆਂ ਉਹ ਦੂਜਿਆਂ 'ਤੇ ਡਿਪੈਂਡੈਂਟ ਆ। ਸੋ ਜੇਕਰ ਅਸੀਂ ਉਹਨਾਂ ਔਰਤਾਂ ਨੂੰ ਜੋਬ ਫੈਸਿਲਿਟੀਜ਼ ਜ਼ਿਆਦਾ ਦੇਵਾਂਗੇ, ਸੋ ਕਿਸੇ 'ਤੇ ਡਿਪੈਂਡ ਨਹੀਂ ਹੋਣਗੀਆਂ ਉਹ,
ठीक है जी। घरेलू औरतां तुहानूं पता ही है पिंडां दे विच की हाल आ। ਅੱਗੇ ਹੈਗਾ ਜੀ ਪ੍ਰੋਪਰ ਇੰਪਲੀਮੈਂਟੇਸ਼ਨ ਆਫ ਕਮਿਊਨਿਟੀ ਹੈਲਥ ਪ੍ਰੋਗਰਾਮ। ਬੱਚੇ ਤੁਸੀਂ ਦੇਖਿਆ ਹੋਣਾ ਕਈ ਚੀਜ਼ਾਂ ਸਾਡੀਆਂ ਕਾਗਜ਼ਾਂ 'ਚ ਹੀ ਨਿਕਲ ਜਾਂਦੀਆਂ, ਕਾਗਜ਼ੀ ਬੋਲਦੀਆਂ ਜ਼ਿਆਦਾਤਰ, ਹੈ ਨਾ। ਹਮਾਰੇ ਦੋ ਨਾਰਾ ਤਾਂ ਲਾਤਾ ਪਰ ਇਹ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋਈ। ਤੁਸੀਂ ਦੇਖਿਓ ਚਾਈਨਾ ਦੇ ਵਿੱਚ, ਚਾਈਨਾ ਨੇ ਪਾਪੂਲੇਸ਼ਨ ਬਹੁਤ ਕੰਟਰੋਲ ਕੀਤੀ, ਵਰਲਡ ਦੀ ਸਭ ਤੋਂ ਵੱਧ ਚਾਈਨਾ ਦੀ ਜਨਸੰਖਿਆ ਆ, ਪਰ ਉੱਥੇ ਪਾਪੂਲੇਸ਼ਨ ਗਰੋਥ ਘਟੀ। ਕਿਉਂ? ਕਿਉਂਕਿ ਉਹਨਾਂ ਨੇ ਪ੍ਰੋਪਰ ਇੰਪਲੀਮੈਂਟੇਸ਼ਨ ਕੀਤੀ। ਜਿਹੜੇ ਰੂਲਸ ਬਣਾਏ, ਜਿਹੜੇ ਲਾਅ ਬਣਾਏ, ਉਹਨਾਂ ਨੂੰ ਇੰਪਲੀਮੈਂਟ ਕੀਤਾ। ਇੱਥੇ ਸਾਡੇ ਇੰਪਲੀਮੈਂਟ ਹੁੰਦਾ ਨਹੀਂ ਹੈ, ਹੈ ਨਾ। ਹੁਣ ਕੋਵਿਡ-19 ਆ, ਕਿੰਨੀਆਂ ਇੰਸਟਰਕਸ਼ਨਸ ਦਿੱਤੀਆਂ ਸਰਕਾਰ ਨੇ, ਕਿੰਨੀਆਂ ਕੁ ਅਸੀਂ ਫੋਲੋ ਕਰਦੇ ਹਾਂ। ਲੋਕ ਮਾਸਕ ਨਹੀਂ ਲਾ ਘੁੰਮਦੇ, ਹੈ ਨਾ। ਸੋ ਇਹ ਪ੍ਰੋਪਰ ਇੰਪਲੀਮੈਂਟੇਸ਼ਨ, ਕੋਈ ਵੀ ਪ੍ਰੋਗਰਾਮ ਆ ਹੈਲਥ ਪ੍ਰਤੀ ਪ੍ਰੋਗਰਾਮ ਆ ਕੋਈ ਵੀ, ਉਹਨੂੰ ਕਹਿੰਦਾ ਪ੍ਰੋਪਰ ਇੰਪਲੀਮੈਂਟ ਹੋਣਾ ਚਾਹੀਦਾ, ਤਾਂ ਹੀ ਕੰਟਰੋਲ ਹੋ ਸਕਦਾ। ਠੀਕ ਹੈ ਜੀ। ਇਨਸੈਂਟਿਵਸ ਟੂ ਦੀ ਪੀਪਲ ਫॉर ਸਟਰਲਾਈਜੇਸ਼ਨ। ਠੀਕ ਹੈ ਜੀ। ਕਹਿਣ ਦਾ ਮਤਲਬ ਕੀ ਆ ਵੀ ਜਿਹੜੇ ਪੀਪਲਸ ਜਿਹੜੇ ਆ ਆਪਣੇ ਆਪ 'ਚ ਕੰਟਰੋਲ ਕਰਨਾ ਚਾਹੁੰਦੇ ਆ, ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਦੇ ਬੈਨੀਫਿਟ ਮਿਲਣੇ ਚਾਹੀਦੇ ਆ। ਠੀਕ ਹੈ ਜੀ। ਉਹਨਾਂ ਨੂੰ ਇਨਸੈਂਟਿਵਸ ਮਿਲਣੇ ਚਾਹੀਦੇ ਆ। ਪ੍ਰੋਵਾਈਡਿੰਗ ਫੈਸਿਲਿਟੀਜ਼ ਲਾਈਕ ਕੰਟਰਾਸੈਪਟਿਵਸ ਹੋਏ, ਠੀਕ ਹੈ ਜੀ, ਬਰਥ ਕੰਟਰੋਲ ਪਿਲਸ ਹੋਈਆਂ, ਸਟਰਲਾਈਜੇਸ਼ਨਸ, ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਹੋ ਜਾਣੀਆਂ ਚਾਹੀਦੀਆਂ ਜਿਹੜੇ ਜਨਸੰਖਿਆ ਨੂੰ ਕੰਟਰੋਲ ਕਰਨਾ ਚਾਹੁੰਦੇ ਆ। ਮਤਲਬ ਜਿਹੜੇ ਚਾਹੁੰਦੇ ਆ ਵੀ ਜਨਸੰਖਿਆ ਅੱਗੇ ਵਧੇ ਨਾ, ਉਹਨਾਂ ਨੂੰ ਥੋੜ੍ਹੀ ਮੋਟੀਆਂ ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਈਜ਼ਲੀ ਮਿਲ ਜਾਣੀਆਂ ਚਾਹੀਦੀਆਂ। ਸੋ ਇਸੇ ਤਰ੍ਹਾਂ ਬੱਚੇ ਹੈਗੇ ਆ ਬਰਥ ਕੰਟਰੋਲ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ। ਠੀਕ ਆ। ਬਰਥ ਕੰਟਰੋਲ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ, ਇਹ ਮੈਂ ਤੁਹਾਨੂੰ ਫੋਟੋਆਂ ਖਿੱਚ ਕੇ ਪਾਊਂਗਾ, ਬੜੇ ਈਜ਼ੀ ਆ। ਠੀਕ ਆ। ਵੀ ਕਿਸ ਤਰ੍ਹਾਂ ਅਸੀਂ ਕੁਛ ਕੁ ਮਕੈਨੀਕਲ ਬੈਰੀਅਰਸ ਆ ਜਿਨ੍ਹਾਂ ਦੇ ਥਰੂ ਅਸੀਂ ਬਰਥ ਨੂੰ ਕੰਟਰੋਲ ਕਰ ਸਕਦੇ ਹਾਂ। ਠੀਕ ਆ। ਮਕੈਨੀਕਲ ਬੈਰੀਅਰਸ ਕਿਹੜੇ ਹੁੰਦੇ ਆ? ਠੀਕ ਆ। ਇਹਨਾਂ ਦੇ ਵਿੱਚ ਆ ਗਏ ਫਸਟ ਵਨ A, ਉਸ ਤੋਂ ਬਾਅਦ B, ਇਹ ਮੈਂ ਤੁਹਾਨੂੰ ਫੋਟੋਆਂ ਖਿੱਚ ਕੇ ਪਾਊਂਗਾ। ਇਹ ਸਾਰੀਆਂ ਜਿੰਨੀਆਂ ਵੀ C, ਠੀਕ ਆ। ਜਾਂ ਕੈਮੀਕਲ ਮੈਥਡਸ ਹੋਏ, ਬਹੁਤ ਸਰਜਰੀਜ਼ ਕਰਵਾਉਂਦੇ ਆ ਲੋਕ, ਹੈ ਨਾ। ਸੋ ਇਹ ਸਾਰੀਆਂ ਮੈਂ ਤੁਹਾਨੂੰ ਪਾਊਂਗਾ, ਫੋਟੋਆਂ ਖਿੱਚ ਕੇ ਪਾਉਣਾ, ਇਹ ਤੁਸੀਂ ਆਪ ਕਰ ਲੈਣੇ। ਇਹ ਜਿੰਨੇ ਵੀ ਆ, ਜਿੰਨੀਆਂ ਫੋਟੋਆਂ ਖਿੱਚ ਕੇ ਪਾਊਂਗਾ ਮੈਂ, ਠੀਕ ਆ। ਇਹ ਸਾਰੇ ਕਰ ਲੈਣੇ ਬੱਚੇ, ਠੀਕ ਆ। ਉਸ ਤੋਂ ਬਾਅਦ ਨੈਕਸਟ ਟੌਪਿਕ ਤੁਹਾਨੂੰ ਮੈਂ ਕਰਵਾਊਂਗਾ ਅੱਗੇ। ਠੀਕ ਹੈ ਜੀ। ਇਸ ਤੋਂ ਬਾਅਦ ਅੱਗੇ ਇਹ ਵੀ ਹੈਗਾ, ਆਹ ਦੇਖੋ ਨੈਚੁਰਲ ਮੈਥਡ ਵੀ ਹੈ, ਸਰਜੀਕਲ ਮੈਥਡ ਵੀ ਹੈ, ਆਹ ਦੇਖੋ ਨੈਚੁਰਲ ਮੈਥਡ ਵੀ ਹੈ, ਟ੍ਰੈਡੀਸ਼ਨਲ ਮੈਥਡ ਵੀ ਹੈ ਨਾ। ਸੋ ਇਹ ਸਾਰੇ ਮੈਂ ਤੁਹਾਨੂੰ ਖਿੱਚ ਕੇ ਪਾਊਂਗਾ। ਥੈਂਕ ਯੂ। ਅੱਜ ਦੇ ਬਹੁਤ ਹੈ।